पाइथन डिसीजन मेकिंग। डिसीजन मेकिंग ਅਸੀਂ ਉਦੋਂ ਕਰਦੇ ਹਾਂ ਜਦੋਂ ਅਸੀਂ ਕੋਈ ਕੋਡ ਐਗਜ਼ੀਕਿਊਟ ਕਰਨਾ ਹੈ ਕਿਸੇ ਕੰਡੀਸ਼ਨ ਦੇ ਬੇਸ। ਅਸੀਂ ਚਾਹੁੰਦੇ ਹਾਂ ਵੀ ਇਹ ਕੋਡ ਉਦੋਂ ਐਗਜ਼ੀਕਿਊਟ ਹੋਵੇ ਜੇ ਆਹ ਕੰਡੀਸ਼ਨ ਟਰੂ ਹੈ। ਜੇ ਉਹ ਕੰਡੀਸ਼ਨ ਫਾਲਸ ਹੈ ਤਾਂ ਉਹ ਕੋਡ ਐਗਜ਼ੀਕਿਊਟ ਨਾ ਹੋਵੇ। ਉਸ ਚੀਜ਼ ਨੂੰ ਅਸੀਂ ਡਿਸੀਜਨ ਮੇਕਿੰਗ ਕਹਿੰਦੇ ਹਾਂ। ਹਰੇਕ ਲੈਂਗੁਏਜ 'ਚ ਹੀ ਹੁੰਦੀ ਹੈ ਡਿਸੀਜਨ ਮੇਕਿੰਗ, ਕਿਉਂਕਿ ਅਸੀਂ ਕਈ ਵਾਰ ਸਾਰੀਆਂ ਲਾਈਨਾਂ ਸੀਕੁਐਂਸ 'ਚ ਐਗਜ਼ੀਕਿਊਟ ਨਹੀਂ ਕਰਨੀਆਂ ਚਾਹੁੰਦੇ। ਸੀਕੁਐਂਸ਼ੀਅਲ ਲੌਜਿਕ ਜਿਹੜਾ ਹੈ ਉਹਦੇ ਵਿੱਚ ਸਾਰੀਆਂ ਲਾਈਨਾਂ ਐਗਜ਼ੀਕਿਊਟ ਹੁੰਦੀਆਂ ਨੇ। ਕੋਈ ਵੀ ਲਾਈਨ ਇੱਕ ਤੋਂ ਜ਼ਿਆਦਾ ਵਾਰ ਨਹੀਂ ਹੁੰਦੀ, ਕੋਈ ਵੀ ਲਾਈਨ ਛੱਡੀ ਨਹੀਂ ਜਾਂਦੀ, ਸਾਰੀਆਂ ਹੀ ਚੱਲਦੀਆਂ ਨੇ। ਜਿਵੇਂ ਆਪਾਂ ਹੁਣ ਤੱਕ ਦੇ ਛੋਟੇ ਛੋਟੇ ਪ੍ਰੋਗਰਾਮ ਕਰੇ ਨੇ ਉਹ ਸੀਕੁਐਂਸ਼ੀਅਲ ਲੌਜਿਕ ਹੈ। ਇਹ ਡਿਸੀਜਨ ਲੌਜਿਕ ਹੈ। ਅਸੀਂ ਡਿਸਾਈਡ ਕਰਨਾ ਹੈ ਕਿ ਆਹ ਸਟੇਟਮੈਂਟ ਐਗਜ਼ੀਕਿਊਟ ਹੋਵੇ ਤਾਂ ਜੇ ਆਹ ਕੰਡੀਸ਼ਨ ਟਰੂ ਹੈ, ਡਿਪੈਂਡਿੰਗ ਅਪੋਨ ਦਾ ਕੰਡੀਸ਼ਨ, ਤਾਂ ਐਗਜ਼ੀਕਿਊਟ ਹੋਵੇ। ਜੇ ਨਹੀਂ ਹੈ, ਕੰਡੀਸ਼ਨ ਟਰੂ ਨਹੀਂ ਹੈ, ਤਾਂ ਐਗਜ਼ੀਕਿਊਟ ਨਾ ਹੋਵੇ। ਜਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਜੇ ਕੰਡੀਸ਼ਨ ਫਾਲਸ ਹੈ ਤਾਂ ਕੋਈ ਹੋਰ ਸਟੇਟਮੈਂਟ ਚੱਲੇ, ਜੇ ਟਰੂ ਹੈ ਤਾਂ ਕੋਈ ਹੋਰ ਚੱਲੇ। ਇਸ ਚੀਜ਼ ਨੂੰ ਡਿਸੀਜਨ ਮੇਕਿੰਗ ਕਹਿੰਦੇ। Python decision making statements allows to make a decision based on the condition specified। ਕੰਡੀਸ਼ਨ ਦੱਸੀ ਹੋਏਗੀ, ਕੰਡੀਸ਼ਨ ਦੇ ਬੇਸ ਤੇ ਉਹ ਐਗਜ਼ੀਕਿਊਟ ਹੋਣਗੇ। ਇਹਦੇ ਚ ਸਾਡੇ ਕੋਲੇ ਆ ਤਿੰਨ ਕੀਵਰਡ ਨੇ ਜਿਹੜੇ ਯੂਜ਼ ਹੁੰਦੇ ਨੇ: ਇਫ, ਐਲਸ, ਐਲਿਫ। ਇਹਨਾਂ ਦੀ ਯੂਜ਼ ਆਪਾਂ ਨੈਕਸਟ ਸਲਾਈਡਸ ਦੇ ਵਿੱਚ ਸਮਝਣੀ ਹੈ। ਇਹਨਾਂ ਦੀ ਯੂਜ਼ ਕਰਕੇ ਅਸੀਂ ਡਿਸੀਜਨ ਮੇਕਿੰਗ ਕਰਦੇ ਹਾਂ ਤੇ ਇੱਕ ਸੈੱਟ ਆਫ ਸਟੇਟਮੈਂਟਸ ਐਗਜ਼ੀਕਿਊਟ ਹੁੰਦੀਆਂ ਨੇ ਜੇ ਕੰਡੀਸ਼ਨ ਟਰੂ ਹੈ। ਜੇ ਫਾਲਸ ਹੈ ਤਾਂ ਦੂਜਾ ਸੈੱਟ ਐਗਜ਼ੀਕਿਊਟ ਹੋ ਜਾਂਦਾ। ਅਸੀਂ ਇਫ ਸਟੇਟਮੈਂਟ ਦੇ ਅੰਦਰ ਇੱਕ ਹੋਰ ਇਫ ਵੀ ਲਾ ਸਕਦੇ ਹਾਂ, ਉਹਦੇ ਅੰਦਰ ਇੱਕ ਹੋਰ ਇਫ ਲਾ ਸਕਦੇ ਹਾਂ। ਇਸ ਤਰ੍ਹਾਂ ਦੇ ਸਟਰਕਚਰ ਨੂੰ ਅਸੀਂ ਨੈਸਟਡ ਇਫ ਕਹਿੰਦੇ ਹਾਂ। ਇਹਦੀ ਵੀ ਐਗਜ਼ਾਮਪਲ ਆਪਾਂ ਕਰਾਂਗੇ ਤਾਂ ਕਲੀਅਰ ਹੋ ਜਾਏਗੀ ਅੱਗੇ ਆਉਣ ਵਾਲੀਆਂ ਸਲਾਈਡਸ ਦੇ ਵਿੱਚ। ਇੱਕ ਗੱਲ ਜਿਹੜੀ ਪਹਿਲਾਂ ਕੋਈ ਬਾਕੀ ਦੀਆਂ ਜੋ ਲੈਂਗੁਏਜਸ ਨੇ ਸੀ ਪਲੱਸ ਪਲੱਸ ਜਾਵਾ ਵਗੈਰਾ, ਉਹਨਾਂ ਨਾਲੋਂ ਪਾਈਥਨ 'ਚ ਫਰਕ ਹੈ, ਉਹ ਹੈ ਬਲੌਕ ਬਣਾਉਣ ਦਾ ਤਰੀਕਾ, ਸਕੋਪ ਬਣਾਉਣ ਦਾ ਤਰੀਕਾ। ਜਿਵੇਂ ਫੋਰ ਲੂਪ ਲਾਉਂਦੇ ਸੀ ਜਾਂ ਇਫ ਅਸੀਂ ਲਾਉਂਦੇ ਸੀ ਕਿਸੇ ਹੋਰ ਲੈਂਗੁਏਜ ਸੀ 'ਚ, ਤੁਸੀਂ ਪੜ੍ਹੀ ਹੋਣੀ ਹੈ ਬੇਸਿਕ ਐ ਸੀ ਤਾਂ ਸਾਰੇ ਹੀ ਪੜ੍ਹਦੇ ਨੇ ਪਹਿਲੇ ਸਮੈਸਟਰ 'ਚ। ਤਾਂ ਉੱਥੇ ਅਸੀਂ ਬਲੌਕ ਬਣਾਉਂਦੇ ਸੀ ਕਰਲੀ ਬ੍ਰੇਸਿਸ ਦੀ ਮਦਦ ਨਾਲ। ਐਦਾਂ ਬਲੌਕ ਸ਼ੁਰੂ ਹੁੰਦਾ ਸੀ, ਸਟੇਟਮੈਂਟਸ ਆ ਜਾਂਦੀਆਂ ਸੀ ਇੱਥੇ ਤੇ ਬਲੌਕ ਬੰਦ ਹੋ ਜਾਂਦਾ ਸੀ। ਜਿਵੇਂ ਮੰਨ ਲਓ ਇਫ ਦਾ ਬਲੌਕ ਹੈ, ਇੱਥੇ ਇਫ ਲੱਗਦੀ ਸੀ, ਅੱਗੇ ਇੱਥੇ ਕੰਡੀਸ਼ਨ ਆ ਜਾਂਦੀ ਸੀ ਤੇ ਨੀਚੇ ਆ ਬਲੌਕ ਇੱਥੋਂ ਸ਼ੁਰੂ ਹੁੰਦਾ ਸੀ, ਇੱਥੇ ਬੰਦ ਹੁੰਦਾ ਸੀ। ਇਹਦਾ ਮਤਲਬ ਸੀ ਵੀ ਜੇ ਕੰਡੀਸ਼ਨ ਟਰੂ ਹੈ ਤਾਂ ਆਹ ਸਟੇਟਮੈਂਟਸ ਦਾ ਜਿਹੜਾ ਬਲੌਕ ਹੈ, ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈ ਤੇ ਇੱਥੇ ਖਤਮ ਹੁੰਦਾ ਹੈ, ਇਹ ਸਾਰਾ ਬਲੌਕ ਚੱਲੇਗਾ, ਨਹੀਂ ਤਾਂ ਨਹੀਂ ਚੱਲੇਗਾ। ਇਹਦਾ ਇਹ ਮਤਲਬ ਹੁੰਦਾ ਸੀ। ਮੈਂ ਰੈਫਰੈਂਸ ਤਾਂ ਦੇ ਰਿਹਾ ਕਿਉਂਕਿ ਇਹ ਚੀਜ਼ ਥੋੜੀ ਡਿਫਰੈਂਟ ਲੱਗੇਗੀ ਇਸ ਚੀਜ਼ ਨਾਲੋਂ, ਕਿਉਂਕਿ ਆਹ ਚੀਜ਼ ਆਪਾਂ ਪਹਿਲਾਂ ਪੜ੍ਹੀ ਹੋਈ ਹੈ। ਬਹੁਤ ਸਾਰੀਆਂ ਲੈਂਗੁਏਜਸ ਇਸ ਤਰੀਕੇ ਨੂੰ ਫਾਲੋ ਕਰਦੀਆਂ ਨੇ। ਕਾਮਨ ਜਿਹਾ ਤਰੀਕਾ ਇਹ ਸੀ 'ਚ, ਸੀ ਪਲੱਸ ਪਲੱਸ, ਜਾਵਾ ਸਭ ਦੇ ਵਿੱਚ ਇਦਾਂ ਯੂਜ਼ ਹੁੰਦਾ। ਪਰ ਪਾਈਥਨ 'ਚ ਇਹ ਕੰਸੈਪਟ ਨਹੀਂ। ਪਾਈਥਨ 'ਚ ਆ ਬ੍ਰੇਸਿਸ ਯੂਜ਼ ਨਹੀਂ ਹੁੰਦੀਆਂ। ਅਗਰ ਬ੍ਰੇਸਿਸ ਯੂਜ਼ ਨਹੀਂ ਹੋਣਗੀਆਂ ਤਾਂ ਬਲੌਕ ਦਾ ਕਿਵੇਂ ਪਤਾ ਲੱਗੇਗਾ ਕਿ ਕਿੱਥੋਂ ਸ਼ੁਰੂ ਹੋ ਰਿਹਾ ਕਿੱਥੇ ਖਤਮ ਹੋ ਰਿਹਾ। ਤਾਂ ਪਾਈਥਨ ਯੂਜ਼ ਕਰਦੀ ਹੈ ਤਰੀਕਾ ਇੰਡੈਂਟੇਸ਼ਨ ਦਾ। ਇੰਡੈਂਟੇਸ਼ਨ ਵੈਸੇ ਬਾਕੀ ਲੈਂਗੁਏਜਸ ਦੇ ਵਿੱਚ ਵੀ ਇਹਨੂੰ ਇੰਪੋਰਟੈਂਟ ਮੰਨਿਆ ਜਾਂਦਾ, ਪਰ ਉਹ ਸਿਰਫ ਰੀਡੇਬਿਲਿਟੀ ਲਈ ਮੰਨਿਆ ਜਾਂਦਾ ਵੀ ਪ੍ਰੋਗਰਾਮ ਨੂੰ ਰੀਡ ਕਰਨਾ ਸੌਖਾ ਹੈ। ਅਸੀਂ ਲਾਈਨਾਂ ਪਿੱਛੇ ਹਟਾ ਕੇ ਲਿਖਦੇ ਹਾਂ ਜਿਹੜੀਆਂ ਕਿਸੇ ਕੰਟਰੋਲ ਸਟਰਕਚਰ ਦੇ ਅੰਦਰ ਹੁੰਦੀਆਂ ਨੇ, ਅੰਡਰ ਕੰਟਰੋਲ ਹੁੰਦੀ, ਪਿੱਛੇ ਹਟਾ ਕੇ ਟੈਬ ਲਾ ਕੇ ਮੂਹਰੇ ਛੱਡ ਕੇ ਸਪੇਸ। ਪਰ ਉਹਨਾਂ ਦੀ ਇੰਪੋਰਟੈਂਸ ਐਗਜ਼ੀਕਿਊਸ਼ਨ ਵੇਲੇ ਨਹੀਂ ਸੀ ਹੁੰਦੀ, ਜਾਂ ਬਲੌਕ ਬਣਾਉਣ ਵੇਲੇ ਉਹਦਾ ਕੋਈ ਜ਼ਿਆਦਾ ਨਹੀਂ, ਵੀ ਤੁਸੀਂ ਪਿੱਛੇ ਹਟਾਉਂਦੇ ਤਾਂ ਵੀ ਪ੍ਰੋਗਰਾਮ ਚੱਲਦਾ ਸੀ, ਸਹੀ ਚੱਲਦਾ ਸੀ। ਪਰ ਪਾਈਥਨ ਦੇ ਵਿੱਚ ਡਿਫਰੈਂਟ ਹੈ। ਪਾਈਥਨ ਸਟ੍ਰਿਕਟਲੀ ਯੂਜ਼ ਇੰਡੈਂਟੇਸ਼ਨ, ਪ੍ਰੋਪ ਸਕੋਪ, ਬਲੌਕ ਮੇਕਿੰਗ। ਜਦੋਂ ਵੀ ਅਸੀਂ ਜਿਵੇਂ ਹੁਣ ਆਹ ਬਲੌਕ ਬਣਾਉਣਾ, ਅਸੀਂ ਜਿਹੜੀਆਂ ਵੀ ਲਾਈਨਾਂ ਇਸ ਇਫ ਤੋਂ ਪਿੱਛੇ ਹਟਾ ਕੇ ਲਿਖਾਂਗੇ ਉਹ ਬਲੌਕ 'ਚ ਹੋਣਗੀਆਂ। ਮਤਲਬ ਪਾਈਥਨ 'ਚ ਕੀ ਹੋਏਗਾ, ਇਫ ਇੱਥੇ ਕੰਡੀਸ਼ਨ ਆਏਗੀ, ਉਸ ਤੋਂ ਬਾਅਦ ਇੱਥੇ ਕਾਲਨ ਲੱਗੇਗਾ। ਪਾਈਥਨ ਦਾ ਸਿੰਟੈਕਸ ਹੈ।
ਉਸ ਤੋਂ ਬਾਅਦ ਜਿਹੜੀਆਂ ਲਾਈਨਾਂ ਇਫ ਦੇ ਅੰਡਰ ਕੰਟਰੋਲ ਕਰਨੀਆਂ ਨੇ ਉਹ ਇੱਥੋਂ ਸਪੇਸ ਛੱਡ ਕੇ ਇੱਥੇ ਲੱਗਣਗੀਆਂ। ਮਤਲਬ ਆ ਜਿਹੜੀ ਇੰਨੀ ਸਪੇਸ ਅਸੀਂ ਮੂਹਰੇ ਛੱਡ ਰਹੇ ਹਾਂ, ਆਹ ਵਾਲੀ ਸਪੇਸ ਹੈ, ਇੱਥੇ ਕੁਝ ਨਹੀਂ ਲਿਖਣਾ। ਇਹਦਾ ਮਤਲਬ ਹੋਏਗਾ ਕਿ ਆਹ ਜਿਹੜੀਆਂ 4 ਸਟੇਟਮੈਂਟਸ ਨੇ ਇਹ ਇਸ ਇਫ ਦੇ ਅੰਡਰ ਕੰਟਰੋਲ ਨੇ। ਸੋ ਬਲੌਕ ਬ੍ਰੇਸਿਸ ਨਾਲ ਨਹੀਂ ਬਣਾਇਆ ਜਾਏਗਾ ਬਲਕਿ ਇੰਡੈਂਟੇਸ਼ਨ ਨਾਲ ਬਣਾਇਆ ਜਾਏਗਾ। ਧਿਆਨ ਰੱਖਣਾ ਪਏਗਾ ਇਸ ਗੱਲ ਦਾ ਕਿਉਂਕਿ ਡਿਫਰੈਂਟ ਹੈ ਬਾਕੀ ਲੈਂਗੁਏजेस ਦੇ। ਪਾਈਥਨ ਰਿਲਾਈਜ਼ ਔਨ ਇੰਡੈਂਟੇਸ਼ਨ, ਵਾਈਟ ਸਪੇਸ ਵੀ ਕਹਿੰਦੇ ਹਾਂ ਅਸੀਂ ਐਟ ਦਾ ਬਿਗਨਿੰਗ ਆਫ ਏ ਲਾਈਨ ਟੂ ਡਿਫਾਈਨ ਸਕੋਪ ਇਨ ਦਾ ਕੋਡ। ਜਦੋਂ ਮਤਲਬ ਬਲੌਕ ਆਫ ਕੋਡ ਅਸੀਂ ਬਣਾਉਂਦੇ ਹਾਂ ਤਾਂ ਇੰਡੈਂਟੇਸ਼ਨ ਨਾਲ ਬਣਾਉਂਦੇ ਹਾਂ, ਨਾ ਕਿ ਬ੍ਰੇਸਿਸ ਲਾ ਕੇ। ਐਗਜ਼ਾਮਪਲ ਕਲੀਅਰ ਕਰ ਦੇਗੀ। ਇਫ ਸਟੇਟਮੈਂਟ ਸਿੰਪਲੀ ਅਗਰ ਲਾਉਣੀ ਹੋਵੇ ਬਿਨਾ ਕਿਸੇ ਐਲਸ ਤੋਂ ਤਾਂ ਇਫ ਸਟੇਟਮੈਂਟ ਇਫ ਦਾ ਕੰਡੀਸ਼ਨ ਇਜ਼ ਟਰੂ the block of statements are executed after if statement। if ਤੋਂ ਬਾਅਦ ਵਾਲੀ ਜਿਹੜੀਆਂ ਸਟੇਟਮੈਂਟਸ ਨੇ ਉਹ ਚੱਲਣਗੀਆਂ ਜੇ if ਦੀ ਕੰਡੀਸ਼ਨ ਟਰੂ ਹੈ ਤਾਂ। ਸਿੰਪਲੈਸਟ ਫਾਰਮ ਆਫ if ਇਹ ਹੋਏਗੀ। ਆ ਮੈਂ ਐਗਜ਼ਾਮਪਲ ਲਈ ਹੈ, a ਦੀ ਵੈਲਿਊ 330 ਕਰਤੀ, b ਦੀ ਵੈਲਿਊ 200। if a is greater than b, if ਲਾਉਣ ਦਾ ਤਰੀਕਾ ਦੇਖ ਲਓ। ਇਹ ਨਹੀਂ ਹੈ ਕਿ C ਲੈਂਗੁਏਜ ਵਾਲਾ ਸਟਾਈਲ ਯੂਜ਼ ਕਰਨਾ, ਇਹਦਾ ਆਪਣਾ ਸਟਾਈਲ ਹੈ। ਇੱਥੇ ਅਸੀਂ ਕੋਈ ਪੈਰੇਂਥੀਸਿਸ ਨਹੀਂ ਲਾਈਆਂ, ਪਿੱਛੇ ਕਾਲਨ ਲੱਗਿਆ ਹੋਇਆ ਹੈ। ਇਫ a is greater than b, ਕਾਲਨ ਲਾ ਕੇ ਇਸ ਤੋਂ ਅੱਗੇ ਬਲੌਕ ਬਣ ਗਿਆ ਕਿਉਂਕਿ ਆਪਾਂ ਪਿੱਛੇ ਹਟਾ ਕੇ ਲਿਖਿਆ ਪ੍ਰਿੰਟ। ਇਹ ਪਿੱਛੇ ਹਟਾਉਣਾ ਜ਼ਰੂਰੀ ਹੈ। ਅਗਰ ਤੁਸੀਂ ਇੱਥੋਂ p ਸ਼ੁਰੂ ਕਰ ਲਓਗੇ ਤਾਂ ਐਰਰ ਆ ਜਾਏਗਾ ਕਿਉਂਕਿ ਇਫ ਦੇ ਅੰਡਰ ਕੋਈ ਕੰਟਰੋਲ ਹੀ ਨਹੀਂ ਹੋਏਗਾ, ਕਿਸੇ ਲਾਈਨ ਨੂੰ ਦਿੱਤਾ ਹੀ ਨਹੀਂ ਤੁਸੀਂ ਇਫ ਦੇ ਅੰਡਰ, ਫਿਰ ਇਫ ਲਾਈ ਕਿਉਂ? ਜੇ ਤੁਸੀਂ ਆ ਪ੍ਰਿੰਟ ਇੱਥੋਂ ਸ਼ੁਰੂ ਕਰਦੇ ਹੋ ਤਾਂ ਇਹਦਾ ਮਤਲਬ ਹੈ ਕਿ ਇਹ ਲਾਈਨ ਇਫ ਦੇ ਅੰਡਰ ਨਹੀਂ ਹੈ। ਜੇ ਇਫ ਦੇ ਅੰਡਰ ਲਾਈਨ ਨਹੀਂ ਹੈ ਤਾਂ ਇਫ ਦੇਣ ਦਾ ਫਾਇਦਾ ਕੋਈ ਨਹੀਂ ਹੋਇਆ, ਇਹਦਾ ਮਤਲਬ ਇਫ ਇਨਕੰਪਲੀਟ ਹੈ, ਇਸ ਕਰਕੇ ਐਰਰ ਆ ਜਾਏ। ਸੋ ਇਫ ਲਾਉਣ ਤੋਂ ਬਾਅਦ ਜਿਹੜੀ ਇਫ ਦੇ ਅੰਡਰ ਕੰਟਰੋਲ ਸਟੇਟਮੈਂਟ ਹੈ, ਚਾਹੇ ਇੱਕ ਹੈ ਚਾਹੇ ਇੱਕ ਤੋਂ ਵੱਧ ਨੇ, ਉਹਨਾਂ ਨੂੰ ਪਿੱਛੇ ਹਟਾ ਕੇ ਟੈਬ ਲਾ ਕੇ ਫਿਰ ਇੱਥੇ ਦੇਣ, ਇਹ ਉਸ ਦੇ ਅੰਡਰ ਕੰਟਰੋਲ ਹੈ। ਮਤਲਬ ਇਹ ਲਾਈਨ ਤਾਂ ਐਗਜ਼ੀਕਿਊਟ ਹੋਏਗੀ ਜੇ ਆ ਕੰਡੀਸ਼ਨ ਟਰੂ ਹੈ। ਜੇ ਇਹ ਕੰਡੀਸ਼ਨ ਫਾਲਸ ਹੈ ਤਾਂ ਇਹ ਲਾਈਨ ਐਗਜ਼ੀਕਿਊਟ ਨਹੀਂ ਹੋਈ। ਸੋ ਇੱਥੇ ਕਿਉਂਕਿ a ਇਜ਼ ਗ੍ਰੇਟਰ ਦੈਨ b ਹੈ, ਇਸ ਕਰਕੇ ਲਾਈਨ ਐਗਜ਼ੀਕਿਊਟ ਹੋਏਗੀ। ਆ ਇਸ ਦੀ ਆਊਟਪੁੱਟ ਹੈ। ਇੱਕ ਹੋਰ ਨਵੀਂ ਚੀਜ਼ ਜਿਹੜੀ ਪਾਈਥਨ ਦੇ ਵਿੱਚ ਦੇਖਣ ਨੂੰ ਮਿਲੇਗੀ ਉਹ ਹੈ ਸ਼ਾਰਟ ਹੈਂਡ ਇਫ। ਇਫ ਨੂੰ ਇੱਕੋ ਲਾਈਨ 'ਚ ਲਿਖਣ ਦੇ ਲਈ ਇਫ a ਇਜ਼ ਗ੍ਰੇਟਰ ਦੈਨ b, ਦੈਨ ਉਹ ਲਾਈਨ ਨਾਲ ਦੀ ਨਾਲ ਹੀ ਦੇ ਦਿਓ। ਮਤਲਬ ਅਗਲੀ ਲਾਈਨ 'ਚ ਦੇਣ ਦੀ ਜ਼ਰੂਰਤ ਨਹੀਂ ਹੈ, ਉਸੇ ਲਾਈਨ ਦੇ ਵਿੱਚ ਨਾਲ ਹੀ ਦੇ ਦਿਓ। ਅਗਰ ਇਹ ਕੰਡੀਸ਼ਨ ਸਹੀ ਹੋਏਗੀ ਤਾਂ ਇਹ ਲਾਈਨ ਐਗਜ਼ੀਕਿਊਟ ਹੋਏਗੀ। ਇਹਨੂੰ ਅਸੀਂ ਸ਼ਾਰਟ ਹੈਂਡ ਇਫ ਕਹਿ ਸਕਦੇ ਹਾਂ ਕਿਉਂਕਿ ਸਿੰਗਲ ਲਾਈਨ 'ਚ ਆ ਗਈ। ਇਫ ਨੂੰ ਥੋੜਾ ਜਿਹਾ ਹੋਰ ਹੈ ਅੱਗੇ ਅਸੀਂ ਅਗਰ ਐਕਸਟੈਂਡ ਕਰੀਏ ਤਾਂ ਇਫ ਦੇ ਨਾਲ ਇੱਕ ਐਲਸ ਕਲੌਜ਼ ਲੱਗ ਜਾਂਦਾ ਹੁੰਦਾ, ਸਾਰੀਆਂ ਲੈਂਗੁਏਜ 'ਚ ਲੱਗਦਾ ਤਕਰੀਬਨ, ਤੋਂ ਪਾਈਥਨ 'ਚ ਵੀ ਹੈ। ਐਲਸ ਦਾ ਮਤਲਬ ਹੈ ਜੇ ਕੰਡੀਸ਼ਨ ਫਾਲਸ ਹੋਵੇ ਤਾਂ ਐਲਸ ਪਾਰਟ ਚੱਲਦਾ ਹੁੰਦਾ। ਜੇ ਟਰੂ ਹੋਵੇ ਤਾਂ ਇਫ ਪਾਰਟ ਚੱਲੇਗਾ, ਜੇ ਫਾਲਸ ਹੋਵੇ ਤਾਂ ਐਲਸ ਪਾਰਟ ਚੱਲੇਗਾ। ਇਫ ਦਾ ਕੰਡੀਸ਼ਨ ਇਜ਼ ਟਰੂ, ਫਸਟ ਬਲੌਕ ਆਫ ਸਟੇਟਮੈਂਟਸ ਅੰਡਰ ਇਫ ਜੋ ਹੋਏਗਾ ਇਜ਼ ਐਗਜ਼ੀਕਿਊਟਡ, ਐਂਡ ਇਫ ਕੰਡੀਸ਼ਨ ਇਜ਼ ਫਾਲਸ ਸੈਕੰਡ ਬਲੌਕ ਆਫ ਸਟੇਟਮੈਂਟਸ ਜੋ ਕਿ ਅੰਡਰ ਐਲਸ ਹੋਏਗਾ ਉਹ ਐਗਜ਼ੀਕਿਊਟ ਹੋਏਗਾ। ਐਗਜ਼ਾਮਪਲ ਦੇਖ ਲੈਂਦੇ ਹਾਂ, a 330 b 500। ਇਫ a ਇਜ਼ ਗ੍ਰੇਟਰ ਦੈਨ b ਤਾਂ ਆ ਚੱਲਣਾ ਚਾਹੀਦਾ ਸੀ, ਨਹੀਂ ਤਾਂ ਆ ਚੱਲੇਗਾ। ਹੁਣ ਕਿਉਂਕਿ a ਗ੍ਰੇਟਰ ਦੈਨ b ਨਹੀਂ ਹੈ ਇਸ ਕਰਕੇ ਐਲਸ ਪਾਰਟ ਚੱਲੇਗਾ ਤੇ ਆ ਪ੍ਰਿੰਟ ਹੋ ਜਾਏਗਾ। ਇਫ ਪਾਰਟ ਨਹੀਂ ਚੱਲੇਗਾ, ਆਹ ਵਾਲਾ ਪਾਰਟ ਨਹੀਂ ਚੱਲੇਗਾ, ਨਹੀਂ ਐਗਜ਼ੀਕਿਊਟ ਹੋਏਗਾ। ਸੋ ਆ ਗਿਆ b ਇਜ਼ ਗ੍ਰੇਟਰ ਦੈਨ। ਮੇਨ ਗੱਲ ਜਿਹੜੀ ਮੈਂ ਇੱਥੇ ਫਿਰ ਦੁਬਾਰਾ ਦੱਸਣੀ ਚਾਹੂੰਗਾ, ਦੇਖੋ ਇੱਥੇ ਆ ਲਾਈਨ ਨੂੰ ਪਿੱਛੇ ਹਟਾ ਕੇ ਲਿਖਿਆ ਗਿਆ ਇੰਨੀ ਦੂਰ, ਐਲਸ ਤੋਂ ਪਿੱਛੇ ਵੀ ਪਿੱਛੇ ਹਟਾ ਕੇ ਲਿਖਿਆ ਕਿਉਂਕਿ ਇਹ ਐਲਸ ਦੇ ਅੰਡਰ ਹੈ, ਇਹ ਇਫ ਦੇ ਅੰਡਰ ਹੈ। ਇਫ ਦੇ ਟਰੂ ਹੋਣ ਨਾਲ ਇਹਨੇ ਚੱਲਣਾ, ਐਲਸ ਦੇ ਤਾਂ ਚੱਲਣਾ, ਜੇ ਇਫ ਫਾਲਸ ਹੈ ਤਾਂ ਇਹ ਨਹੀਂ ਚੱਲਣਾ, ਇਸ ਕਰਕੇ ਪਿੱਛੇ ਲਿਖਿਆ ਹੈ। तो शॉर्ट हैंड ਇਹਦੀ ਵੀ ਹੈ, ਲੇਕਿਨ ਇਹਦਾ ਸ਼ਾਰਟ ਹੈਂਡ ਇੰਨਾ ਈਜ਼ੀ ਨਹੀਂ ਹੈ ਕਿ ਆਪਾਂ ਇਫ ਤੋਂ ਸ਼ੁਰੂ ਕਰਾਂਗੇ। ਇਹਦੇ 'ਚ ਅਸੀਂ ਪਹਿਲਾਂ ਜਿਹੜੀ ਕੰਡੀਸ਼ਨ ਟਰੂ ਵਾਲੀ ਹੈ, ਜੋ ਸਟੇਟਮੈਂਟ ਹੈ ਟਰੂ ਤੇ ਐਗਜ਼ੀਕਿਊਟ ਕਰਨੀ ਹੈ ਇਹ ਵਾਲੀ, ਉਹ ਪਹਿਲਾਂ ਦੇਵਾਂਗੇ। ਆਹ ਵਾਲੀ ਸਟੇਟਮੈਂਟ ਪਹਿਲਾਂ, ਉਸ ਤੋਂ ਬਾਅਦ ਇਫ, ਫਿਰ ਜਿਹੜੀ ਫਾਲਸ ਵਾਲੀ ਹੈ, ਜੇ ਕੰਡੀਸ਼ਨ ਫਾਲਸ ਹੁੰਦੀ ਹੈ ਉਹ ਬਾਅਦ 'ਚ। ਆ ਦੇਖੋ, ਪ੍ਰਿੰਟ a ਇਜ਼ ਗ੍ਰੇਟਰ ਦੈਨ b ਇਫ a ਇਜ਼ ਗ੍ਰੇਟਰ ਦੈਨ, ਐਲਸ ਪ੍ਰਿੰਟ b इज ग्रेटर देन ए। इस तरह शॉर्टकट फॉर्म, इफ तो नहीं शुरू करना,
ਪਹਿਲਾਂ ਸਟੇਟਮੈਂਟ ਦੇਣੀ ਹੈ ਜਿਹੜੀ ਐਗਜ਼ੀਕਿਊਟ ਕਰਨੀ ਹੈ ਜੋ ਇਫ ਦੇ ਟਰੂ ਹੋਣ ਨਾਲ ਅਸੀਂ ਚਲਾਉਣੀ ਚਾਹੁੰਦੇ ਹਾਂ। ਉਸ ਤੋਂ ਬਾਅਦ ਐਲਸ ਪਾਰਟ ਆਉਂਦਾ। ਸੋ ਪ੍ਰਿੰਟ ਅਸੀਂ ਪਹਿਲਾਂ ਕੀਤਾ, ਨਾਲ ਇਹਦੀ ਸੈਂਸ ਬਣਦੀ ਹੈ ਪ੍ਰਿੰਟ ਦਿਸ ਇਫ ਏ ਇਜ਼ ਗ੍ਰੇਟਰ ਦੈਨ। ਇੱਥੇ ਤੱਕ ਇੱਕ ਸਟੇਟਮੈਂਟ ਬਣਦੀ। ਐਲਸ ਪ੍ਰਿੰਟ ਦਿਸ, ਠੀਕ ਹੈ। ਇਸ ਤਰ੍ਹਾਂ ਇਹਨੂੰ ਸ਼ਾਰਟ ਹੈਂਡ ਫਾਰਮ, ਮਤਲਬ 4 ਲਾਈਨਾਂ ਦੀ ਬਜਾਏ ਕੋਡ ਇੱਕ ਲਾਈਨ 'ਚ ਲਿਖਿਆ ਜਾ ਸਕਦਾ ਹੈ। ਇਹਨੂੰ ਅਸੀਂ ਸ਼ਾਰਟ ਹੈਂਡ ਇਫ ਐਲਸ ਕਹਿ ਦਾਂ। ਉਸ ਤੋਂ ਬਾਅਦ ਆ ਗਿਆ ਇਫ ਐਲਿਫ ਐਲਸ ਸਟੇਟਮੈਂਟ। ਐਲਿਫ ਮਤਲਬ ਐਲਸ ਇਫ, ਐਲਸ ਇਫ, if the condition is true, first block of statements under if is executed। if a condition true है ਤਾਂ ਆਹ ਲਾਈਨ ਚੱਲੇਗੀ। ਜੇ ਕੰਡੀਸ਼ਨ ਫਾਲਸ ਹੈ ਤਾਂ ਐਲ ਇਫ ਚੱਲੇਗਾ ਤੇ ਦੁਬਾਰਾ ਇੱਕ ਹੋਰ ਕੰਡੀਸ਼ਨ ਚੈੱਕ ਕਰ ਲੇਗਾ, ਮਤਲਬ ਡਬਲ ਕੰਡੀਸ਼ਨ। ਇਫ ਤੇ ਫਾਲਸ ਹੋ ਜਾਂਦੀ ਹੈ ਤਾਂ ਇੱਕ ਹੋਰ ਕੰਡੀਸ਼ਨ, ਜੇ ਉਹ ਵੀ ਫਾਲਸ ਹੋ ਜਾਂਦੀ ਹੈ ਫਿਰ ਐਲਸ। ਮਲਟੀ ਲੈਵਲ ਇਫ ਹੋ ਗਈ ਇੱਕ ਤਰ੍ਹਾਂ ਨਾਲ। ਜੇ ਕੰਡੀਸ਼ਨ ਟਰੂ ਹੈ ਤਾਂ ਇਹ ਲਾਈਨ ਚੱਲੇਗੀ, ਜੇ ਕੰਡੀਸ਼ਨ ਫਾਲਸ ਹੈ ਤਾਂ ਇਹ ਲਾਈਨ, ਇਹ ਕੰਡੀਸ਼ਨ ਚੈੱਕ ਹੋਏਗੀ। ਜੇ ਕੰਡੀਸ਼ਨ ਟਰੂ ਹੈ ਤਾਂ ਇਹ ਲਾਈਨ ਚੱਲੇਗੀ, ਜੇ ਇਹ ਵੀ ਫਾਲਸ ਹੈ ਤਾਂ ਐਲਸ ਚੱਲੇਗਾ ਤੇ ਆਹ ਲਾਈਨ ਚੱਲੇਗੀ। if condition is true, first block of statements which is under if is executed। if the condition is false under if, then condition under elif is evaluated। if it is true, then second block of statements under elif is executed, and if it is false, then third block of statements under else is executed। so ਇਹ ਇਹਦਾ ਐਕਸਪਲੇਨੇਸ਼ਨ ਕਿ ਕਿਵੇਂ ਐਗਜ਼ੀਕਿਊਸ਼ਨ ਹੁੰਦੀ। ਸੋ ਕਿਉਂਕਿ a ਅਤੇ b ਦੋਨੋਂ ਬਰਾਬਰ ਨੇ, तो ना तो ए ग्रेटर दैन बी है, ये भी फाल्स हो गया, बी ग्रेटर दैन ए है, ये भी फाल्स हो गया, ये दोनों ही फाल्स हो गया। इसका मतलब एल्स चलेगा ए एंड बी आर इक्वल, ए एंड बी आर इक्वल। शॉर्ट हैंड च आपां इसनूं पहला प्रिंट ए ग्रेटर दैन बी इफ ए इज इक्वल टू ए इज ग्रेटर दैन बी। आ एक ब्लॉक अपना पहली लाइन वाला आ कंप्लीट हो गया। ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜੋ ਪ੍ਰਿੰਟ ਕਰਨਾ ਹੈ, ਜੋ ਐਗਜ਼ੀਕਿਊਟ ਕਰਨਾ ਹੈ, ਜਾਂ ਉਹ ਪਹਿਲਾਂ ਦੇਣਾ, ਉਸ ਤੋਂ ਬਾਅਦ ਕੰਡੀਸ਼ਨ ਦੇਣੀ ਹੈ ਸ਼ਾਰਟ ਹੈਂਡ ਫਾਰਮ 'ਚ। ਸੋ ਪ੍ਰਿੰਟ a ਇਜ਼ ਗ੍ਰੇਟਰ ਦੈਨ b ਇਫ a ਇਜ਼ ਗ੍ਰੇਟਰ ਦੈਨ b, ਐਲਸ ਪ੍ਰਿੰਟ b ਇਜ਼ ਗ੍ਰੇਟਰ ਦੈਨ a ਇਫ b ਇਜ਼ ਗ੍ਰੇਟਰ ਦੈਨ a, ਐਲਸ ਪ੍ਰਿੰਟ a ਐਂਡ b ਆਰ ਇਕੁਅਲ। ਇਹ ਐਲਸ ਪ੍ਰਿੰਟ ਆ ਗਿਆ। ਜੇ ਆ ਕੰਡੀਸ਼ਨ ਪਹਿਲੀ ਫਾਲਸ ਹੋ ਜਾਂਦੀ ਹੈ ਤਾਂ ਐਲਸ ਪ੍ਰਿੰਟ ਹੋ ਜਾਏਗਾ, ਲੇਕਿਨ ਇਹ ਕੰਡੀਸ਼ਨ ਨਾਲ ਦਿੱਤੀ ਹੋਈ ਹੈ ਵੀ ਬੀ ਗ੍ਰੇਟਰ ਦੈਨ ਏ ਹੋਣਾ ਚਾਹੀਦਾ, ਤਾਂ ਐਲਸ ਪ੍ਰਿੰਟ ਹੋਏਗਾ। ਜੇ ਇਹ ਵੀ ਫਾਲਸ ਹੋ ਜਾਂਦੀ ਹੈ ਫਿਰ ਐਲਸ ਚੱਲ ਜਾਏਗਾ, ਕਿਉਂਕਿ ਇੱਥੇ ਕੋਈ ਕੰਡੀਸ਼ਨ ਨਹੀਂ ਦਿੱਤੀ ਹੋਈ। ਐਲਸ ਨੇ ਬਾਅਦ ਚ ਚੱਲ ਹੀ ਜਾਣਾ ਜੇ ਪਹਿਲੀਆਂ ਦੋ ਫਾਲਸ ਹੋ ਜਾਣ। ਨੈਸਟਡ ਇਫ ਸਟੇਟਮੈਂਟ। ਇਫ ਦੇ ਅੰਦਰ ਅਸੀਂ ਇੱਕ ਹੋਰ ਇਫ ਲਾ ਸਕਦੇ ਹਾਂ। ਐਗਜ਼ਾਮਪਲ ਦੇਖੋ, ਇਫ ਏ ਇਜ਼ ਗ੍ਰੇਟਰ ਦੈਨ ਬੀ, ਦੈਨ ਇਹਦੇ ਅੰਡਰ ਲਾਤੀ ਇਫ ਏ ਇਜ਼ ਗ੍ਰੇਟਰ ਦੈਨ ਸੀ। ਇਹਨੂੰ ਨੈਸਟਡ ਕਹਿੰਦੇ ਆ। ਇਫ ਦੇ ਅੰਦਰ ਇੱਕ ਹੋਰ ਇਫ ਲਾਤੀ, ਨੈਸਟਡ ਇਫ ਬਣ। we can have if statement inside another if statement, this is called nested if statement। the outer if statement passes control to the inner if statement depending upon the condition specified। ਜੇ ਕੰਡੀਸ਼ਨ ਫਾਲਸ ਹੋ ਜਾਂਦੀ ਹੈ ਤਾਂ ਕੰਟਰੋਲ ਇਹਦੇ ਕੋਲ ਚਲਾ ਜਾਏਗਾ, ਇਹ ਚੈੱਕ ਹੋਏਗੀ। ਸੌਰੀ, ਜੇ ਟਰੂ ਹੋ ਜਾਂਦੀ ਹੈ ਤਾਂ ਇਹਦੇ ਕੋਲ ਕੰਟਰੋਲ ਹੋ ਜਾਏਗਾ ਤੇ ਇਹ ਚੈੱਕ ਹੋਏਗੀ। ਜੇ ਫਾਲਸ ਹੋ ਜਾਂਦੀ ਹੈ ਕੰਟਰੋਲ ਇਹਦੇ ਕੋਲ ਆ ਜਾਏਗਾ, ਐਲਸ ਕੋਲੇ, ਤੇ ਇਹ ਚੱਲ ਜਾਏਗਾ। ਮੈਂ ਦੁਬਾਰਾ ਦੱਸ ਦਵਾਂ, ਜੇ ਆ ਕੰਡੀਸ਼ਨ ਟਰੂ ਹੈ ਤਾਂ ਕੰਟਰੋਲ ਇਹਦੇ ਕੋਲ ਆ ਗਿਆ, ਇਹ ਚੈੱਕ ਹੋਏਗੀ। ਜੇ ਇਹ ਵੀ ਟਰੂ ਹੈ ਤਾਂ ਆਹ ਲਾਈਨ ਐਗਜ਼ੀਕਿਊਟ ਹੋਊ। ਮਤਲਬ ਇਹ ਲਾਈਨ ਦੇ ਐਗਜ਼ੀਕਿਊਟ ਹੋਣ ਲਈ ਪਹਿਲਾਂ ਆਹ ਕੰਡੀਸ਼ਨ ਟਰੂ ਹੋਣੀ ਚਾਹੀਦੀ ਹੈ, ਫਿਰ ਆਹ ਕੰਡੀਸ਼ਨ ਵੀ ਟਰੂ ਹੋਣੀ ਚਾਹੀਦੀ ਹੈ, ਤਾਂ ਇਹ ਲਾਈਨ ਐਗਜ਼ੀਕਿਊਟ ਹੋਏਗੀ। ਜੇ ਪਹਿਲੀ ਕੰਡੀਸ਼ਨ ਫਾਲਸ ਹੋ ਜਾਂਦੀ ਹੈ ਤਾਂ ਕੰਟਰੋਲ ਇੱਥੇ ਆ ਜਾਏਗਾ। ਜੇ ਆ ਦੂਜੀ ਕੰਟਰੋਲ ਕੰਡੀਸ਼ਨ ਫਾਲਸ ਹੋ ਜਾਂਦੀ ਹੈ ਤਾਂ ਕੰਟਰੋਲ ਇੱਥੇ ਆ ਜਾਏ। ਮੈਂ ਦੁਬਾਰਾ ਇਹਨੂੰ ਐਕਸਪਲੇਨ ਕਰਦਾ। ਕਿਉਂਕਿ ਇੱਥੇ ਬਲੌਕ ਨਹੀਂ ਬਣੇ ਹੋਏ ਤਾਂ ਸਮਝਣ ਦੇ ਵਿੱਚ ਥੋੜੀ ਦਿੱਕਤ ਆਉਂਦੀ ਹੋਏਗੀ। ਬ੍ਰੇਸਿਸ ਨਹੀਂ ਆਪਾਂ ਲਾਈਆਂ ਹੋਈਆਂ, ਕਿਹੜੀ ਕਿਸ ਦੇ ਨਾਲ ਕੰਟਰੋਲ 'ਚ ਹੈ, ਕਿਹੜੀ ਕਿਸ ਦੇ ਨਾਲ ਅਟੈਚਡ ਹੈ, ਉਹ ਆਪਾਂ ਇੱਕ ਵਾਰ ਦੇਖ ਲਈਏ ਥੋੜਾ ਜਿਹਾ।
ਐਕਸਪਲੇਨੇਸ਼ਨ 'ਚ ਪ੍ਰੋਬਲਮ ਆ ਗਈ। ਆ ਜਿਹੜੀ ਇਫ ਹੈ ਇਸ ਦਾ ਐਲਸ ਆ ਵਾਲਾ ਹੈ, ਕਲੀਅਰ। ਆ ਜਿਹੜੀ ਇਫ ਹੈ ਇਸ ਦਾ ਐਲਸ ਆ ਵਾਲਾ, ਹਰੇਕ ਇਫ ਦਾ ਜਿਹੜਾ ਆਪਣਾ ਇੱਕ ਅਲੱਗ ਐਲਸ ਹੈ। ਜਿਹੜੀ ਆ ਇਫ ਹੈ ਇਸ ਦਾ ਐਲਸ ਆ ਵਾਲਾ, ਉਹਦੇ ਨੀਚੇ ਇੰਡੈਂਟੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ ਤਾਂ ਹੀ ਗੱਲ ਬਣੀ। ਹੁਣ ਜੇ ਇਹ ਕੰਡੀਸ਼ਨ ਫਾਲਸ ਹੈ ਫਿਰ ਇਹ ਨੀਚੇ ਆ ਜਾਏਗਾ ਐਲਸ ਤੇ, ਜੇ ਇਹ ਕੰਡੀਸ਼ਨ ਟਰੂ ਹੈ ਤਾਂ ਫਿਰ ਇੱਥੇ ਆ ਜਾਏਗਾ। ਸੇਮ ਇਸੇ ਤਰ੍ਹਾਂ ਨਾਲ ਐਲਸ ਤੇ ਆਉਣ ਤੋਂ ਬਾਅਦ ਫਿਰ ਇੱਕ ਕੰਡੀਸ਼ਨ ਹੈ ਵੀ ਆਹ ਕੰਡੀਸ਼ਨ, ਜੇ ਇਹ ਕੰਡੀਸ਼ਨ ਫਾਲਸ ਹੈ ਤਾਂ ਇੱਥੇ ਨੀਚੇ ਚਲਾ ਜਾਏਗਾ, ਜੇ ਕੰਡੀਸ਼ਨ ਟਰੂ ਹੈ ਤਾਂ ਇੱਥੇ ਆ ਜਾਏਗਾ। ਸੇਮ ਇੱਥੇ ਜੇ ਆਹ ਕੰਡੀਸ਼ਨ ਟਰੂ ਹੈ ਤਾਂ ਇਹ ਆ ਚੱਲੇਗੀ, ਜੇ ਇਹ ਕੰਡੀਸ਼ਨ ਫਾਲਸ ਹੈ ਤਾਂ ਐਲਸ ਪਾਰਟ ਯਾਨੀ ਆ ਚੱਲੇਗਾ। ਸੇਮ ਇੱਥੇ ਇਫ ਬੀ ਇਜ਼ ਗ੍ਰੇਟਰ ਦੈਨ ਸੀ ਟਰੂ ਹੈ ਤਾਂ ਫਿਰ ਤਾਂ ਲਾਈਨ ਚੱਲੇਗੀ, ਜੇ ਨਹੀਂ ਹੈ ਇਹ ਫਾਲਸ ਹੈ ਤਾਂ ਐਲਸ ਪਾਰਟ ਯਾਨੀ ਆ ਚੱਲੇਗਾ। if a is greater than b and a is greater than c, ਇਹਦਾ ਮਤਲਬ a is greatest, a b ਤੋਂ ਵੀ ਵੱਡੀ ਹੈ, a c ਤੋਂ ਵੀ ਵੱਡੀ। ਪਰ ਮੰਨ ਲਓ ਵੀ a is greater than b ਬਟ a is greater than c ਫਾਲਸ ਹੋ ਜਾਂਦੀ ਹੈ, ਇਹਦਾ ਮਤਲਬ a greater than c ਫਾਲਸ ਹੈ, ਮਤਲਬ a c ਤੋਂ ਵੱਡੀ ਨਹੀਂ ਹੈ, ਇਹਦਾ ਮਤਲਬ c a ਤੋਂ ਵੱਡੀ ਹੋਏਗੀ। ਇਸ ਕਰਕੇ ਅਸੀਂ ਐਲਸ 'ਚ ਚਲੇ ਗਏ c is greatest। ਹੁਣ ਮੰਨ ਲਓ ਵੀ ਫਸਟ ਹੀ ਫਾਲਸ ਹੋ ਗਈ, a is greater than b ਫਾਲਸ ਹੈ, ਇਹਦਾ ਮਤਲਬ b greater than a ਹੋਊਗਾ। ਤਾਂ ਫਿਰ ਆਪਾਂ ਐਲਸ ਤੇ ਜਾ ਕੇ ਦੁਬਾਰਾ ਚੈੱਕ ਕਰਿਆ ਵੀ b c ਤੋਂ ਵੱਡੀ ਹੈ, ਕਿਉਂਕਿ b greater than a ਤਾਂ ਇੱਥੋਂ ਪਤਾ ਲੱਗ ਗਿਆ, ਕਿਉਂਕਿ ਇਹ ਫਾਲਸ ਹੋ ਗਈ, ਇਹਦਾ ਮਤਲਬ b greater than a ਹੈ। ਅਸੀਂ ਚੈੱਕ ਕਰ ਰਹੇ ਹਾਂ b greater than c ਵੀ ਹੈ, ਜੇ b greater than c ਹੈ ਤਾਂ ਇਹਦਾ ਮਤਲਬ b is greatest। ਮੰਨ ਲਓ b is greater than c ਫਾਲਸ ਹੋ ਗਈ, ਇਹਦਾ ਮਤਲਬ c greater than b ਹੋਊਗਾ। ਫਿਰ ਜੇ c greater than b ਹੈ ਤਾਂ ਐਲਸ ਪਾਰਟ ਮਤਲਬ c is greatest, ਕਿਉਂਕਿ b ਪਹਿਲਾਂ ਹੀ a ਤੋਂ ਵੱਡੀ ਹੈ, ਇੱਥੇ ਆ ਕੇ ਪਤਾ ਲੱਗਿਆ b ਤੋਂ c ਵੱਡੀ ਹੈ, ਇਹਦਾ ਮਤਲਬ c is greatest। तो c ਇੱਥੇ ਕਿਉਂਕਿ ਆਪਣੇ ਕੋਲ ਵੈਲਿਊਜ਼ ਮੈਂ ਇੱਥੇ ਇੱਕੋ ਲਾਈਨ 'ਚ ਦੇ ਦਿੱਤੀਆਂ ਸਾਰੀਆਂ 330 200 ਐਂਡ 500, ਇਹ ਇੱਕੋ ਲਾਈਨ 'ਚ ਦਿੱਤੀਆਂ ਹੋਈਆਂ ਨੇ ਤਿੰਨੋਂ ਵੈਲਿਊਜ਼। ਤੋ ਇਹਨਾਂ ਦੇ ਵਿੱਚ c ਸਭ ਤੋਂ ਵੱਡੀ ਹੈ, ਸੋ ਆਨਸਰ ਜੋ ਆਊਟਪੁੱਟ ਹੈ c is greatest ਇਦਾਂ। ਦੂਸਰਾ ਜੋ ਮੈਥਡ ਹੈ ਉਹ ਲੌਜੀਕਲ ਆਪਰੇਟਰ ਯੂਜ਼ ਕਰਕੇ ਆਪਾਂ ਕਰ ਸਕਦੇ ਹਾਂ ਇਸੇ ਚੀਜ਼ ਨੂੰ, ਕਿਉਂਕਿ ਇਹਦੇ 'ਚ ਨੈਸਟਡ ਇਫ ਸਮਝਾਉਣੀ ਸੀ, ਕਿਉਂਕਿ ਨੈਸਟਡ ਇਫ ਦਾ ਇੱਕ ਕਨਸੈਪਟ ਹੈ ਜੋ ਸਾਨੂੰ ਪਤਾ ਹੋਣਾ ਚਾਹੀਦਾ, ਸੋ ਮੈਂ ਸਮਝਾਤੀ। ਲੇਕਿਨ ਇਹਦੇ 'ਚ ਸਟਰਕਚਰ ਕਾਫੀ ਲੈਂਥੀ ਹੋ ਗਿਆ। ਇਫ ਦੇ ਅੰਦਰ ਇਫ, ਉਹਦੇ ਅੰਦਰ ਫਿਰ ਉਸ ਇਫ ਦੀ ਐਲਸ, ਪਹਿਲੀ ਇਫ ਦੀ ਐਲਸ, ਉਹਦੇ ਅੰਦਰ ਫਿਰ ਇਫ ਉਹਦੀ ਐਲਸ। ਤੋ ਇਹਨੂੰ ਸਿੰਪਲੀ ਅਗਰ ਕਰਨਾ ਹੋਵੇ ਤਾਂ ਅਸੀਂ ਲੌਜੀਕਲ ਆਪਰੇਟਰ ਦੀ ਮਦਦ ਨਾਲ ਵੀ ਕਰ ਸਕਦੇ ਹਾਂ। ਅਨਦਰ ਸੋਲੂਸ਼ਨ ਯੂਜ਼ਿੰਗ ਲੌਜੀਕਲ ਆਪਰੇਟਰ। ਹਾਂ ਦੇਖੋ, ਇਫ a is greater than b and a is greater than c, ਮਤਲਬ ਇਹ ਦੋਨੇ ਹੀ ਕੰਡੀਸ਼ਨਾਂ ਅਸੀਂ ਇੱਕੋ ਇਫ ਨਾਲ ਪੁੱਛ ਰਹੀਆਂ। ਜਿਵੇਂ ਇੱਥੇ ਅਲੱਗ-ਅਲੱਗ ਸੀ, ਇਫ a is greater than b, ਫਿਰ ਉਹਦੇ ਅੰਦਰ ਆ ਗਿਆ ਇਫ a is greater than c, ਨੈਸਟਡ ਇਫ ਲਾਈ, ਇਫ ਦੇ ਅੰਦਰ ਇਫ ਲਾਈ। ਇੱਥੇ ਸਿੰਗਲ ਇਫ 'ਚ ਹੀ ਦੋਨੇ ਹੀ ਗੱਲਾਂ ਪੁੱਛ ਰਹੀਆਂ, ਚੈੱਕ ਕਰ ਲਈਏ। ਇਫ a is greater than b and a is greater than c, ਤਾਂ ਪ੍ਰਿੰਟ ਕਰਤਾ a is greatest। ਜੇ ऐसा नहीं है, मान लो पहली कंडीशन फाल्स हो जाती है, आ वाली a is greater than b and a greater than c, दोहां चो एक भी फाल्स होई तां इहने फाल्स हो जाना, क्योंकि एंड दे विच दोनों दा ट्रू होना जरूरी हुंदा। तो जे फाल्स हो जाती है तो इहदा एल इफ ते आ जाएंगे, एल इफ च चेक होएगा b is greater than a and b is greater than c। जे b a तो भी वड्डी है तो b c तो भी वड्डी है, तां b is greatest। जे ये भी कंडीशन फाल्स हो जाती है तो फिर इहदे एल्स ते आ गए, ਇਹਦਾ ਐਲਸ ਚੱਲ ਹੀ ਜਾਏਗਾ। ਫਿਰ ਮਤਲਬ ਜੇ ਆ ਦੋਨੇ ਕੰਡੀਸ਼ਨ ਆ ਵੀ ਫਾਲਸ ਤੇ ਆ ਵੀ ਫਾਲਸ, ਤਾਂ ਫਿਰ ਆ ਐਲਸ ਨੇ ਤਾਂ ਚੱਲ ਹੀ ਜਾਣਾ, ਇਹਦੀ ਕੋਈ ਦਿੱਕਤ ਨਹੀਂ। ਐਲਸ ਤੇ ਜਦੋਂ ਕੰਡੀਸ਼ਨ ਹੀ ਨਹੀਂ, ਐਲਸ ਨੇ ਉਦੋਂ ਚੱਲਣਾ ਜਦੋਂ ਉੱਪਰੋਂ ਸਾਰੀਆਂ ਕੰਡੀਸ਼ਨਾਂ ਫਾਲਸ ਹੋ ਜਾਂਦੀਆਂ, ਉਦੋਂ ਚੱਲਣਾ, ਉਹ ਤਾਂ ਚੱਲ ਹੀ ਜਾਏਗਾ। ਸੋ ਜੋ ਆਪਾਂ ਕੰਮ ਇਹਦੇ ਤੇ ਆਊਟਪੁੱਟ ਲਈ ਹੈ ਇਸ ਪ੍ਰੋਗਰਾਮ ਤੇ ਨੈਸਟਡ ਇਫ ਨਾਲ, ਸੇਮ ਉਹੀ ਆਪਾਂ ਜਿਹੜੀ ਹੈ ਉਹ ਇਦਾਂ ਲੌਜੀਕਲ ਆਪਰੇਟਰ ਦੀ ਮਦਦ ਨਾਲ ਵੀ ਡਬਲ ਕੰਡੀਸ਼ਨ ਚੈੱਕ ਕਰ ਸਕਦੇ। ਸੋ ਇਹ ਸੀ ਸਾਡੀ ਨੈਸਟਡ ਇਫ ਸਟੇਟਮੈਂਟ ਵੀ ਇਹ ਕਿਵੇਂ ਯੂਜ਼ ਹੋ। ਨੈਸਟਡ ਇਸ ਕਰਕੇ ਕਹਿੰਦੇ ਆ ਕਿਉਂਕਿ ਇਫ ਦੇ ਅੰਦਰ ਇਫ, ਇੱਥੇ ਕੋਈ ਨੈਸਟਡ ਨਹੀਂ ਅਸੀਂ ਕੀਤੀ ਹੋਈ, ਇੱਥੇ ਨਹੀਂ ਹੈ ਕੋਈ ਨੈਸਟਿੰਗ, ਇਹ ਮਲਟੀ ਲੈਵਲ ਇਫ ਬਣ ਗਈ। ਇੱਥੇ ਨੈਸਟਿੰਗ ਹੈ, ਇਫ ਦੇ ਅੰਦਰ ਇਫ ਲੱਗੀ ਹੋਈ, ਇਹ ਨੈਸਟਿੰਗ ਹੈ। ਸੋ